आसा श्री कबीर जियो के ते पदे 8 दो तुके 7 एक तुका 1। एक ओंकार सतगुर प्रसाद बिंद ते जिन पिंड किया अगन कुंड रहाया। 10 मास माता उदर रखिया बहुर लागी माया। प्राणी काहे को लोभ लागे रतन जन्म खोया। पूरब जन्म कर्म भूम बीज नाही बोया। रहाओ बारिक ते बिरद भया होना सो होया। जां जम आए चोट पकड़े तबै काहे रोया। जीमने की आस करें जम निहारे सासा। बाजीगरी संसार कबीरा चेत ढाल पासा। वाहिगुरु जी का खालसा वाहिगुरु जी की फतेह। आसा राग विच भगत कबीर जी की पावन बाणी की विचार चल रही है। ये जो सिरलेख है आसा श्री कबीर जियो के। आसा राग विच श्री कबीर जी के उचारण किए हुए ते पदे 8 दो तुके 7 एक तुका 1। ਇਹਦਾ मतलब सिरलेख ਵਿੱਚ ਦੱਸ ਦਿੱਤਾ है कि इदों अगे भगत कबीर जी के 3 पदियां वाले 8 शब्द आउणगे। 2 तुकां वाले 7 आउणगे। 1 तुके वाला 1 आए। एक ओंकार सतगुर प्रसाद ये मंगलाचरण है। परमात्मा एक है, सर्वशक्तिमान है, सर्वव्यापक है। सच्चे गुरु की कृपा द्वारा जानिया जाता है। हुण इस पावन शब्द के अंदर रहाओ की पंक्ति विच भगत जी प्राणी नूं संबोधन करते हैं। प्राणी कौन है? जिसके अंदर प्राण मौजूद ने। जिहदे अंदरों प्राण मुक गए ने वो तो मुर्दा है, उन्होंने तो मृतक कहा जाए। तो मुर्दे नूं कदे किसी ने उपदेश नहीं किया। हमेशा उपदेश उन्हां लोकां नूं ही किया जाता है या उही लोग सुनते हैं जिन्हां दे अंदर प्राण चल रहे। तो महाराज भगत जी कहते प्राणी काहे को लोभ लागे। हे प्राणी, हे प्राणधारी, हे जीव, काहे को लोभ लागे। लोभ दे भब्बे नूं स्यारी है। जे लोभ नाउन होएगा तो भब्बे नूं औंकड़ आए। स्यारी लगना लोभ विच लग के। काहे को क्यों लालच वसी हो के, लालच दे अधीन हो के। प्राणी काहे को लोभ लागे रतन जन्म खोया। ये मनुखा जन्म जिसनूं रतन किया। कबीर मानुष जन्म दुलंभ है होत न बारंबार। ज्यों बन फल पाके भोए गिरे बहुर न लागे डार। ये मनुखा जन्म नूं रतन जन्म क्यों के? 84 ਲੱਖ जून विचों सब तो शिरोमणी ਇਹ। इसे लिए बार बार बाणी सानू समझा रही। हे बंदे, मनुखा जन्म तो पहला कई जन्म वह कीट पतंगा। कई जन्म गजमीन कुरंगा। कई जन्म पंखी सर्प होयो। कई जन्म है वर बिख जोयो। मिल जगदीश मिलन की बरिया चिरंकाल एदे संजरिया। 84 लख जोन सभाई
मानस को प्रभ दी वडियाई। इस पौड़ी ते जो नर चूकै, सो आए जाए दुख पाइंदा। जम जम मरे मरे फिर जम्मे, बहुत सजाए पिया देश लम्मे। इस ਲਈ ਇਸ ਮਨੁੱਖਾ ਜਨਮ ਨੂੰ ਰਤਨ ਜਨਮ ਕਿਹਾ। ਤੋ ਸਾਰੀ ਗੁਰਬਾਣੀ ਸਾਨੂੰ ਸੁੱਤਿਆਂ ਨੂੰ ਜਗਾ ਰਹੀ, ਸਾਨੂੰ ਸਾਵਧਾਨ ਕਰ ਰਹੀ। ਪਰ ਅਸੀਂ ਬੋੜੇ ਹੋ ਗਏ, ਅਸੀਂ ਬਾਣੀ ਦੀ ਗੱਲ ਸੁਣਦੇ ਨਹੀਂ, ਸਮਝਦੇ ਨਹੀਂ। ਤੋ ਇਸ ਪਾਵਨ ਸ਼ਬਦ ਵਿੱਚ ਭਗਤ ਜੀ ਕਿਤਨੇ ਸਰਲ ਸ਼ਬਦਾਂ ਵਿੱਚ ਕਹਿੰਦੇ, ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ। ਹੁਣ ਬੜੇ ਧਿਆਨ ਨਾਲ ਲਗਾ ਮਾਤਰਾ ਨੂੰ ਦੇਖਣਾ। ਪੂਰਬ ਜਨਮ, ਜਨਮ ਦੇ ਮੰਮੇ ਨੂੰ ਸਿਆਰੀ ਆ। ਪੂਰਬਲੇ ਜਨਮ ਦੇ ਕੀਤੇ ਹੋਏ ਕਰਮਾਂ ਅਨੁਸਾਰ ਤੈਨੂੰ ਇਹ ਮਨੁੱਖਾ ਦੇਹੀ ਮਿਲ ਗਈ, ਕਿਉਂਕਿ ਸਰੀਰ ਜਿਹੜਾ ਕਰਮ ਭੂਮੀ ਹੈ। ਇਹ ਕਰਮ ਬੀਜਣ ਦੀ ਜਗ੍ਹਾ ਹੈ। ਇਸੇ ਲਈ ਬਾਣੀ 'ਚ ਲਿਖਿਆ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਬਈ ਪੂਰਬਲੇ ਜਨਮ ਦੇ ਸ਼ੁਭ ਕਰਮਾਂ ਕਰਕੇ ਸਾਨੂੰ ਮਨੁੱਖਾ ਦੇਹੀ ਮਿਲ ਗਈ। ਪਰ ਹੁਣ ਤੂੰ ਇੰਨਾ ਗਾਫਲ ਹੋ ਗਿਆ, ਬੀਜ ਨਾ ਹੀ ਬੋਇਆ। ਇਹਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਬੀਜ ਆ ਉਹ ਤੂੰ ਬੋਂਦਾ ਹੀ ਨਹੀਂ। ਹੋਰ ਹੋਰ ਕੰਮ ਕਰੀ ਜਾਂਦਾ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਿਹੜਾ ਕੰਮ ਕਰਨ ਦਾ ਟਾਈਮ ਤੂੰ ਕਰਦਾ ਨਹੀਂ। ਇਹ ਹੈ ਰਹਾਉ ਦੀ ਪੰਕਤੀ। ਇਹਨੂੰ ਇੱਕ ਵਾਰੀ ਪੜ੍ਹੋ, 2 ਵਾਰੀ ਪੜ੍ਹੋ, 10 ਵਾਰੀ ਪੜ੍ਹੋ। ਇਹ ਆਪਣੇ ਆਪਣੇ ਮਨ ਨੂੰ ਆਪ ਸੁਣਾਈਏ। ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ, ਬੀਜ ਨਾਹੀ ਬੋਇਆ। ਰਹਾਓ। ਹੁਣ ਭਗਤ ਜੀ ਉਸ ਪਰਮਾਤਮਾ ਦੀ ਜੋ ਕਿਰਪਾ ਹੈ, ਬਖਸ਼ਿਸ਼ ਹੈ, ਉਹਦਾ ਜ਼ਿਕਰ ਕਰਦੇ। ਉਹ ਬੰਦੇ ਧਿਆਨ ਮਾਰ। ਬਿੰਦ ਤੇ ਜਿਨ ਪਿੰਡ ਕੀਆ, ਬੜਾ ਸਪਸ਼ਟ ਹੈ। ਬਿੰਦ ਦਾ ਮਤਲਬ ਹੈ ਪਿਤਾ ਦੇ ਵੀਰਜ ਤੋਂ। ਜਿਨ ਦੇ ਨੰਨੇ ਨੂੰ ਸਿਆਰੀ ਹੈ, ਜਿਸ ਪਰਮਾਤਮਾ ਨੇ ਪਿੰਡ ਕੀਆ, ਇਹ ਤੇਰਾ ਸਰੀਰ ਬਣਾਇਆ। ਇਹ ਕਾਰੀਗਰੀ ਤਾਂ ਉਸੇ ਦੀ ਹੈ ਕਿ ਇੱਕ ਪਾਣੀ ਦੀ ਬੂੰਦ ਤੋਂ ਸਾਡਾ ਇਹ ਸੁੰਦਰ ਸਰੀਰ ਬਣਾ ਦਿੱਤਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰ। ਰਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਬਿੰਦ ਤੇ ਜਿਨ ਪਿੰਡ ਕੀਆ, ਰੰਚਕ ਰੇਤ ਖੇਤ ਤਨ ਨਿਰਮਿਤ। ਦੁਰਲਭ ਦੇ ਸਵਾਰ ਧਰੀ, ਬਿੰਦ ਤੇ ਜਿਨ ਪਿੰਡ ਕੀਆ। ਅਗਨ ਕੁੰਡ ਰਹਾਇਆ। ਅਗਨ ਨੰਨੇ ਨੂੰ ਸਿਆਰੀ ਅਗਨੀ ਦੇ ਕੁੰਡ। ਮਾਤਾ ਦੇ ਗਰਭ ਵਿੱਚ ਜਠਰ ਅਗਨੀ ਹੈ। ਜੋ ਕੁਝ ਮਾਤਾ ਖਾਂਦੀ ਹੈ ਉਹ ਸਭ ਭਸਮ ਹੋ ਜਾਂਦਾ। ਪਰ ਉਸੇ ਅਗਨੀ ਵਿੱਚ ਤੇਰਾ ਜੋ ਸਰੀਰ ਹੈ, ਇਹ ਅਮਨ ਅਮਾਨ ਠੀਕ ਠਾਕ ਰਿਹਾ। ਇਹ ਕਿਹਦੀ ਕਿਰਪਾ? ਇਹ ਉਸ ਪਰਮਾਤਮਾ ਦੀ ਕਿਰਪਾ। ਇਸੇ ਲਈ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਐ। ਮਨੋਂ ਕਿਉਂ ਵਿਸਾਰੀਐ ਇਹ ਵਡਦਾਤਾ। ਇਹੋ ਜਿਹਾ ਪਰਮਾਤਮਾ ਜੋ ਅੱਗ ਵਿੱਚ ਤੇਰੀ ਰਾਖੀ ਕਰਦਾ, ਇਹ ਉਹਦਾ ਸਿਮਰਨ ਹੈ, ਉਹਦੀ ਕਿਰਪਾ ਹੈ। ਉਹ ਅੱਗ ਦੇ ਕੁੰਡ ਵਿੱਚ ਵੀ ਤੇਰੀ ਰਾਖੀ ਕਰਦਾ। ਬਿੰਦ ਤੇ ਜਿਨ ਪਿੰਡ ਕੀਆ,
अगन कुंड रहाया। 10 मास माता उदर रखिया। ਇਹ ਹੁਣ ਸ਼ਬਦ ਹੈ ਉਦਰ, ਦੱਦੇ ਨਾਲ। ਜੇ ਧੱਦੇ ਨਾਲ ਹੋਵੇ ਤੈਨੂੰ ਉਧਰ ਪੜਨਾ, ਦੱਦੇ ਨਾਲ ਹੋਵੇ ਤੇ ਉਦਰ ਪੜਨਾ। ਤੇ ਉਦਰ ਦਾ ਅਰਥ ਹੈ ਪੇਟ, ਤੇ ਉਦਰ ਦੇ ਰਾਰੇ ਨੂੰ ਸਿਹਾਰੀ ਲੱਗੀ ਤੇ ਉਦਰ ਵਿੱਚ। 10 ਮਾਸ ਮਾਤਾ ਉਦਰ ਰੱਖਿਆ, ਬਹੁਰ ਲਾਗੀ ਮਾਇਆ। ਤੇ ਜਦੋਂ ਤੂੰ ਸੰਸਾਰ ਵਿੱਚ ਆਇਆ, ਜਨਮ ਲਿਆ, ਫਿਰ ਤੈਨੂੰ ਮਾਇਆ ਚੰਬੜ ਗਈ। ਫਿਰ ਤੂੰ ਮਾਇਆ ਦੇ ਅਸਰ ਵਿੱਚ ਪਾ ਗਈ, ਫਿਰ ਤੂੰ ਮਾਇਆ ਦੇ ਪ੍ਰਭਾਵ ਵਿੱਚ ਪੈ। ਬਾਣੀ ਪੜ੍ਹ ਕੇ ਦੇਖੋ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਜ ਕੀਆ ਕਰਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾ, ਦਸਵੇਂ ਦੱਦਾ ਹੋਆ ਸਵਾ, ਗਏ ਚ ਗੀਤ ਪੁਕਾਰੀ ਤਾ, ਉਡਿਆ ਹੰਸ ਦਸਾਇਆ ਰਹਾ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਤੋਂ ਪਹਿਲੀਆਂ ਇਹਨਾਂ ਪੰਕਤੀਆਂ ਵਿੱਚ ਭਗਤ ਜੀ ਨੇ ਉਸ ਪਰਮਾਤਮਾ ਦੇ ਕੀਤੇ ਹੋਏ ਉਪਕਾਰ ਦਾ ਜ਼ਿਕਰ ਕੀਤਾ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰੱਖਿਆ, ਬਹੁਰ ਲਾਗੀ ਮਾਇਆ। ਬਸ ਜਨਮ ਲੈਂਦਿਆਂ ਸਾਰ ਤੈਨੂੰ ਮਾਇਆ ਨੇ ਘੇਰ ਲਿਆ। ਤੋ ਪਹਿਲੇ ਪਦ ਵਿੱਚ ਕਿਤਨਾ ਸਪਸ਼ਟ ਹੈ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰੱਖਿਆ, ਬਹੁਰ ਲਾਗੀ ਮਾਇਆ। ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਹੇ ਪ੍ਰਾਣੀ, ਕਿਉਂ ਤੂੰ ਲਾਲਚ ਵਸੀ ਹੋ ਕਰਕੇ ਇਸ ਮਨੁੱਖਾ ਜਨਮ ਰੂਪੀ ਰਤਨ ਨੂੰ ਗਵਾ ਲਿਆ। ਖੋਇਆ ਦਾ ਮਤਲਬ ਹੈ ਗਵਾ ਲਿਆ। ਪੂਰਵ ਜਨਮ ਕਰਮ ਭੂਮ, ਬੀਜ ਨਾਹੀਂ ਬੋਇਆ। ਠੀਕ ਹੈ, ਪੂਰਵਲੇ ਜਨਮ ਵਿੱਚ ਕੀਤੇ ਹੋਏ ਕਰਮਾਂ ਅਨੁਸਾਰ ਤੈਨੂੰ ਇਹ ਮਨੁੱਖਾ ਜਨਮ ਮਿਲ ਗਿਆ, ਪਰ ਹੁਣ ਤੂੰ ਇਹਦੇ ਵਿੱਚ ਨਾਮ ਰੂਪੀ ਬੀਜ ਨਹੀਂ ਬੀਜ। ਰਹਾਉ ਬਾਰਿਕ ਤੇ ਬਿਰਧ ਭਇਆ। ਇਹ ਗੱਲਾਂ ਭਗਤ ਜੀ ਦੀਆਂ ਕਿਤਨੀ ਅਟਲ ਸੱਚਾਈ ਹੈ, ਇਹਦੇ ਤੋਂ ਕੌਣ ਮੁਨਕਰ ਹੋ ਸਕਦਾ। ਪਹਿਲਾਂ ਬੱਚਾ ਛੋਟਾ ਹੁੰਦਾ ਹੈ, ਫਿਰ ਜਵਾਨ ਹੋ ਜਾਂਦਾ ਹੈ, ਫਿਰ ਬਿਰਧ ਹੋ ਜਾਂਦਾ। ਇਹ ਤਬਦੀਲੀ ਆ ਜਾਂਦੀ। ਬਾਰਿਕ ਤੇ ਬਿਰਧ ਭਇਆ, ਹੋਣਾ ਜੋ ਹੋਇਆ। ਜੋ ਉਸ ਮੇਰੇ ਮਾਲਕ ਦਾ ਹੁਕਮ ਸੀ, ਇਹ ਤਬਦੀਲੀ ਤੇ ਆਉਣੀ ਹੈ, ਕਿਉਂਕਿ ਨਿਯਮ ਐਸਾ ਹੈ ਕਿ ਦਿਨ ਤੇ ਸਰ ਪਰ ਪਉਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਬਾਰਿਕ ਤੇ ਬਿਰਧ ਭਇਆ, ਕਦੇ ਤੂੰ ਬੱਚਾ ਸੀ, ਫਿਰ ਤੂੰ ਜਵਾਨ ਹੋਇਆ, ਹੁਣ ਤੂੰ ਬੁੱਢਾ ਹੋ। ਹੋਣਾ ਜੋ ਹੋਇਆ, ਇਹ ਤਾਂ ਅਕਾਲ ਪੁਰਖ ਦੇ ਹੁਕਮ ਵਿੱਚ ਹੋ ਗਿਆ। ਹੋਣਾ ਸੀ, ਇਹ ਕੋਈ ਅਚੰਭੇ ਦੀ ਗੱਲ ਨਹੀਂ। ਪਰ ਯਾਦ ਰੱਖ, ਇਹ ਜਿਹੜਾ ਸਮਾਂ ਬੀਤ ਗਿਆ ਨਾ, ਮੁੜ ਕੇ ਵਾਪਸ ਨਹੀਂ ਆਉਣਾ। ਭਾਈ ਵੀਰ ਸਿੰਘ ਜੀ ਨੇ ਬੜੀ ਸੁੰਦਰ ਰਬਾਈ ਲਿਖੀ। ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ। ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਤਿੱਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਮੈਂ ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਬੰਨੀ। ਹੋ ਸੰਭਲ ਕਰ ਸਫਲ ਇਸ ਸਮੇਂ ਨੂੰ। ਇਹ ਸਮਾਂ ਉਡੰਦਾ ਜਾਵੰਦਾ, ਇਹ ਠਹਿਰਨ ਜਾਚ ਨ ਜਾਣਦਾ। ਲੰਘ ਗਿਆ ਨਾ ਮੁੜ ਕੇ ਆਮਦਾ, ਦਿਨ ਤੇ ਸਰ ਪਰ ਪਉਸੀ ਰਾਤ।
ਰਹਿਣ ਗਈ ਫਿਰ ਹੋਏ ਪ੍ਰਭਾਤ, ਬਾਰਿਕ ਤੇ ਬਿਰਧ ਭਇਆ। ਹੋਣਾ ਤੋ ਹੋਇਆ, जननी जानत सुत बड़ा होत है। इतना क न जाने, जे दिन दिन अवध कटत है। मोर मोर कर अधिक लाड धर, पेकत ही जमराव हसै। जमराजा हस ਰਿਹਾ ਸਾਡੀ ਮੂਰਖਤਾ ਤੇ, ਸਾਡੀ ਅਣਗਹਿਲੀ ਤੇ, ਮਾਂ ਦੀ ਮਮਤਾ ਭਾਰੀ ਸੋਚ ਤੇ ਹੱਸ ਰਿਹਾ। ਮਾਂ ਸਮਝ ਰਹੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ। ਬੜੇ ਮਾਣ ਨਾਲ ਦੱਸਦੀ ਮੇਰਾ ਪੁੱਤਰ ਇੰਨੇ ਸਾਲਾਂ ਦਾ ਹੋ ਗਿਆ। ਪਰ ਉਸ ਭੋਲੀ ਮਾਂ ਨੂੰ ਪਤਾ ਨਹੀਂ ਕਿ ਬੱਚਾ ਵੱਡਾ ਨਹੀਂ ਹੋ ਰਿਹਾ, ਛੋਟਾ ਹੋ ਰਿਹਾ। ਉਹਦੀ ਉਮਰ ਘਟ ਰਹੀ ਹੈ। ਇਸ ਲਈ ਭਗਤ ਜੀ ਕਹਿੰਦੇ ਨੇ, ਬਾਰਿਕ ਤੇ ਬਿਰਧ ਭਇਆ, ਹੋਣਾ ਤੋ ਹੋਇਆ। ਜਾਂ ਜਮ ਆਏ ਝੋਟ ਪਕੜੈ, ਤਬੈ ਕਾਹੇ ਰੋਇਆ। ਜਾਂ ਜਦੋਂ ਜਮ ਦਾ ਦੂਤ ਤਥਾ ਜਮ ਆ ਕੇ ਤੈਨੂੰ ਝੋਟ ਪਕੜੈ, ਤੇਰੇ ਜੂੜੇ ਤੋਂ, ਤੇਰੇ ਕੇਸਾਂ ਤੋਂ ਪਕੜੇ। ਬਾਣੀ ਵਿੱਚ ਬਹੁਤ ਜਗ੍ਹਾ ਲਿਖੀ, हे मेरे मन राम सिमर पछताहेगा मन। पापी जीरा लोभ करत है, आज काल उठ जाएगा। तन जोबन का गर्भ न कीजै, कागज ज्यों घर जाएगा। जहाँ जम आए केस गए पटकै, तां दिन किछ न बसाहेगा। धर्म राय जब लेखा मांगे, क्या मुख लेके जाएगा। कहत कबीर सुनो रे संतो, राम सिमर तर जाएगा। गुरु तेग बहादुर पातशाह भी समझा रहे, चेतना है तो चेत ले, निस दिन में प्राणी। छिन छिन औद बेहात है, फूटे घट ज्यों पानी। हर गुण काहे न गावई, मूर्ख अज्ञाना। झूठे लालच लाग के न मਰਨ पछाना। अजूँ कछ बिगड़ो नहीं, जो प्रभु गुण गावे। कहो नानक ते भजन ते, निरभय पद पावे। बारिक ते बिरध पया, होना तो होया। जां जम आए झोट पकड़े, तबे काहे रोया। फिर हुण रोया की बनेगा। फिर यतन करदा, मैं होर जीवां, मैनू कोई दवाई दिओ, मेरा कोई इलाज कराओ, मैनू आह करो, मैनू आह करो। भगत जी कहते हैं तेरी मूर्खता, ਜਦੋਂ ਕੁਝ ਕਰਨ ਦਾ ਟਾਈਮ ਸੀ ਤੂੰ ਕੀਤਾ ਨਹੀਂ, ਤੇ ਅੱਜ ਕੱਲ੍ਹ ਕਰਦੇ ਆ ਕਾਲ ਵਿਆਪੈ। ਇਹ ਤਾਂ ਪਰਮਾਤਮਾ ਦਾ ਇੱਕ ਨਿਯਮ ਹੈ ਕਿ ਜਿਹੜਾ ਸੰਸਾਰ ਵਿੱਚ ਆਇਆ ਉਹਨੇ ਜਾਣਾ ਜ਼ਰੂਰ ਹੈ। ਜਦੋਂ ਅੰਤ ਵੇਲਾ ਨੇੜੇ ਆਉਂਦਾ ਫਿਰ ਇਹ ਰੋਂਦਾ, ਫਿਰ ਇਹ ਪਛਤਾਉਂਦਾ, ਫਿਰ ਇਹ ਗਿਲੇ ਗੁਜ਼ਾਰੀਆਂ ਕਰਦਾ। ਪਰ ਭਗਤ ਜੀ ਕਹਿੰਦੇ ਨੇ ਜੀਵਨ ਕੀ ਆਸ ਕਰੇ, ਉਸ ਵੇਲੇ ਤੂੰ ਹੋਰ ਜੀਵਨ ਦੀ ਆਸ ਕਰਦਾ। ਜੀਵਨ ਕੀ ਆਸ ਕਰੇ, ਜਮ ਨਿਹਾਰੈ ਸਾਸਾ। ਤੇ ਜਿਹੜਾ ਜਮ ਹੈ ਉਹ ਤੇ ਸਵਾਸ ਗਿਣ ਰਿਹਾ, ਕਦੋਂ ਸਵਾਸ ਪੂਰੇ ਹੋਣ ਤੇ ਕਦੋਂ ਮੈਂ ਚੁੱਕ ਲਾਂ, ਕਦੋਂ ਮੈਂ ਇਹਨੂੰ ਲੈ ਜਾਵਾਂ। ਪਰ ਬੰਦਾ ਹਾਲੀ ਵੀ ਅੱਡੀਆਂ ਰਗੜਦਾ ਵੀ ਚਾਹੁੰਦਾ ਮੈਨੂੰ ਕੋਈ ਦਵਾਈ ਮਿਲ ਜਾਏ, ਮੇਰੀ ਉਮਰ ਵੱਧ ਜਾਏ, ਮੇਰਾ ਇਹ ਹੋ ਜਾਏ, ਮੇਰਾ ਹੋ ਜਾਏ। ਜੀਵਨ ਕੀ ਆਸ ਕਰੇ, ਜਮ ਨਿਹਾਰੈ ਸਾਸਾ। ਬਾਜੀ ਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਆਖਿਆ ਕਬੀਰ ਜੀ ਫਰਮਾਉਂਦੇ ਨੇ ਇਹ ਜਿਹੜਾ ਸੰਸਾਰ ਹੈ ਇਹ ਬਾਜੀਗਰ ਦੀ ਖੇਡ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। सांग उतार थम्यो पातारा, तब एको एकंकारा। कमन रूप दिशो बिनतायो, कतः गयो ओ कते आयो। जलते उठे अनग तरंगा, कनक भूखण कीने बहु रंगा। आख्या संसार ते बाजीगरी वाली खेड। जिस तरह बाजीगर एक खेड खेडदा, कई तरह के ਕਰਤੱਵ ਕਰਦਾ, ਖਿਲਾਰੇ ਖਿਲਾਰਦਾ, ਪਰ ਜਦੋਂ ਦਾ ਜੀ ਕਰਦਾ
ਫਿਰ ਉਹਨੂੰ ਸਮੇਟ ਲੈਂਦਾ। ਤੋ ਹੇ ਕਬੀਰ ਜੀ ਕਹਿੰਦੇ ਨੇ, ਹੇ ਬੰਦੇ, ਬਾਜੀਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਚੇਤ ਦੇ ਤੱਤੇ ਨੂੰ ਸਿਹਾਰੀ ਹੈ, ਚੇਤਣਾ ਕਰ, ਸਿਮਰਨਾ ਕਰ। ਢਾਲ ਪਾਸਾ ਦਾ ਮਤਲਬ ਹੈ ਇਹੋ ਜੀ ਬਾਜੀ ਖੇਡ, ਇਹੋ ਜਿਹਾ ਸਿਮਰਨ ਕਰ ਜਿਹਦੇ ਕਰਨ ਕਰਕੇ ਤੇਰਾ ਇਹ ਜੀਵਨ ਸਫਲ ਹੋ ਜਾਏ। ਤੋ ਭਗਤ ਜੀ ਨੇ ਬੜੀ ਕਿਰਪਾ ਕੀਤੀ, ਇੱਕ ਇੱਕ ਗੱਲ ਸਾਨੂੰ ਸਮਝਾਈ। ਫਿਰ ਵੀ ਅਸੀਂ ਕਹਿੰਦੇ ਨਹੀਂ ਜੀ, ਸਮਝ ਨਹੀਂ ਆਈ। ਕਦੇ ਕੋਈ ਬਹਾਨਾ, ਕਦੇ ਕੋਈ ਬਹਾਨਾ। ਇਹ ਬਹਾਨੇ ਲਾਉਣੇ ਫਾਇਦੇਮੰਦ ਨਹੀਂ। ਆਓ ਮਹਾਂਪੁਰਖਾਂ ਦੇ ਇਹਨਾਂ ਪਾਵਨ ਬਚਨਾਂ ਤੋਂ ਪ੍ਰੇਰਨਾ ਲਈਏ ਅਤੇ ਜਿਤਨਾ ਸਮਾਂ ਸਾਡੇ ਕੋਲ ਬਾਕੀ ਹੈ ਉਹਨੂੰ ਪਰਮਾਤਮਾ ਦੇ ਸਿਮਰਨ ਵਿੱਚ ਲਾਈਏ, ਨੇਕ ਕੰਮਾਂ ਵਿੱਚ ਲਾਈਏ, ਗੁਰੂ ਦੇ ਦੱਸੇ ਰਾਹ 'ਤੇ ਚੱਲੀਏ ਅਤੇ ਲੋਕ ਸੁਖੀਏ, ਪਰਲੋਕ ਸੁਹੇਲੇ ਬਣ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।